ਹੈਲੋ ਸਟੂਡੈਂਟਸ, ਅੱਜ ਆਪਾਂ ਇਕਲਿਬਰੀਅਮ ਇਨ ਗੁਡਸ ਮਾਰਕੀਟ ਜਾਂ ਇਕਲਿਬਰੀਅਮ ਇਨ ਪ੍ਰੋਡਕਟ ਮਾਰਕੀਟ ਪੜ੍ਹਾਂਗੇ। ਪ੍ਰੋਡਕਟ ਮਾਰਕੀਟ ਦੇ ਵਿੱਚ ਉਦੋਂ ਇਕਲਿਬਰੀਅਮ ਹੁੰਦਾ ਹੈ ਜਦੋਂ ਸੇਵਿੰਗ ਇਨਵੈਸਟਮੈਂਟ ਦੇ ਬਰਾਬਰ ਹੁੰਦੀ ਹੈ। ਜਦੋਂ ਸੇਵਿੰਗ ਅਤੇ ਇਨਵੈਸਟਮੈਂਟ ਇੱਕ ਦੂਜੇ ਦੇ ਬਰਾਬਰ ਹੁੰਦੇ ਆ ਤਾਂ ਪ੍ਰੋਡਕਟ ਮਾਰਕੀਟ ਉਦੋਂ ਇਕਲਿਬਰੀਅਮ 'ਚ ਹੁੰਦੀ ਹੈ। ਸੇਵਿੰਗ ਇਨਕਮ 'ਤੇ ਡਿਪੈਂਡ ਕਰਦੀ ਹੈ। ਸੇਵਿੰਗ ਦਾ ਅਤੇ ਇਨਕਮ ਦਾ ਆਪਸ ਦੇ ਵਿੱਚ ਪੋਜ਼ੀਟਿਵ ਰਿਲੇਸ਼ਨ ਹੈ। ਇਨਵੈਸਟਮੈਂਟ ਰੇਟ ਆਫ ਇੰਟਰਸਟ 'ਤੇ ਡਿਪੈਂਡ ਕਰਦਾ ਹੈ। ਇਨਵੈਸਟਮੈਂਟ ਦਾ ਅਤੇ ਰੇਟ ਆਫ ਇੰਟਰਸਟ ਦਾ ਆਪਸ ਦੇ ਵਿੱਚ ਨੈਗੇਟਿਵ ਰਿਲੇਸ਼ਨ ਹੈ। ਜਦੋਂ ਰੇਟ ਆਫ ਇੰਟਰਸਟ ਜ਼ਿਆਦਾ ਹੁੰਦਾ ਤਾਂ ਇਨਵੈਸਟਮੈਂਟ ਘੱਟ ਹੁੰਦਾ। ਜਦੋਂ ਰੇਟ ਆਫ ਇੰਟਰਸਟ ਘੱਟ ਹੁੰਦਾ ਤਾਂ ਇਨਵੈਸਟਮੈਂਟ ਜ਼ਿਆਦਾ ਹੁੰਦਾ। ਇਨਕਮ ਜਦੋਂ ਜ਼ਿਆਦਾ ਹੁੰਦੀ ਹੈ ਤਾਂ ਸੇਵਿੰਗ ਵੀ ਜ਼ਿਆਦਾ ਹੁੰਦੀ ਹੈ। ਇਨਕਮ ਜਦੋਂ ਘੱਟ ਹੁੰਦੀ ਹੈ ਤਾਂ ਸੇਵਿੰਗ ਵੀ ਘੱਟ ਹੁੰਦੀ ਹੈ। ਹੁਣ ਆਪਾਂ ਦੇਖਦੇ ਹਾਂ ਗੁਡਸ ਮਾਰਕੀਟ ਦੇ ਵਿੱਚ ਇਕਲਿਬਰੀਅਮ ਕਿਸ ਤਰ੍ਹਾਂ ਨਾਲ ਸ਼ੋਅ ਕੀਤਾ ਜਾਂਦਾ ਹੈ। ਗੁਡਸ ਮਾਰਕੀਟ ਦੇ ਵਿੱਚ IS ਕਰਵ ਜਿਹੜਾ ਇਹ ਇਕਲਿਬਰੀਅਮ ਨੂੰ ਸ਼ੋਅ ਕਰਦਾ ਹੈ। ਗੁਡਸ ਮਾਰਕੀਟ ਦੇ ਇਕਲਿਬਰੀਅਮ ਨੂੰ ਜਾਂ ਪ੍ਰੋਡਕਟ ਮਾਰਕੀਟ ਦੇ ਇਕਲਿਬਰੀਅਮ ਨੂੰ ਸ਼ੋਅ ਕਰਦਾ ਹੈ। ਇਨਕਮ ਦੇ ਡਿਫਰੈਂਟ ਲੈਵਲ ਅਤੇ ਰੇਟ ਆਫ ਇੰਟਰਸਟ ਦੇ ਡਿਫਰੈਂਟ ਲੈਵਲ ਦਿੱਤੇ ਹੋਣ 'ਤੇ ਇਨਵੈਸਟਮੈਂਟ ਅਤੇ ਸੇਵਿੰਗ IS ਕਰਵ ਦੇ ਹਰੇਕ ਪੁਆਇੰਟ 'ਤੇ ਇੱਕ ਦੂਜੇ ਦੇ ਬਰਾਬਰ ਹੋਣਗੇ। ਚਾਹੇ ਆਪਾਂ A ਪੁਆਇੰਟ ਲਈਏ, A ਦੇ ਉੱਤੇ ਜੇ ਰੇਟ ਆਫ ਇੰਟਰਸਟ R0 ਹੈ, ਇਨਕਮ Y0 ਹੈ, ਤਾਂ ਇਨਵੈਸਟਮੈਂਟ ਅਤੇ ਸੇਵਿੰਗ A ਪੁਆਇੰਟ 'ਤੇ ਇੱਕ ਦੂਜੇ ਦੇ ਬਰਾਬਰ ਹੋਣਗੇ। ਜੇ ਆਪਾਂ ਦੂਸਰਾ ਪੁਆਇੰਟ B ਪੁਆਇੰਟ ਲੈਂਦੇ ਹਾਂ, B ਪੁਆਇੰਟ 'ਤੇ ਜੇ ਰੇਟ ਆਫ ਇੰਟਰਸਟ ਬਦਲ ਕੇ R1 ਹੋ ਜਾਂਦਾ, ਇਨਕਮ ਬਦਲ ਕੇ ਚੇਂਜ ਹੋ ਕੇ Y1 ਹੋ ਜਾਂਦੀ ਹੈ, ਤਾਂ ਵੀ ਇਨਵੈਸਟਮੈਂਟ ਅਤੇ ਸੇਵਿੰਗ ਇੱਕ ਦੂਜੇ ਦੇ ਬਰਾਬਰ ਰਹਿਣਗੇ। ਤਾਂ ਇਨਵੈਸਟਮੈਂਟ IS ਕਰਵ ਤੋਂ ਆਪਾਂ ਨੂੰ ਪਤਾ ਲੱਗ ਰਿਹਾ ਕਿ IS ਕਰਵ ਦੇ ਡਿਫਰੈਂਟ ਪੁਆਇੰਟਸ ਦੇ ਉੱਤੇ ਇਨਕਮ ਦੇ ਡਿਫਰੈਂਟ ਲੈਵਲ, ਰੇਟ ਆਫ ਇੰਟਰਸਟ ਦੇ ਡਿਫਰੈਂਟ ਲੈਵਲ ਇਨਵੈਸਟਮੈਂਟ ਅਤੇ ਸੇਵਿੰਗ ਦੀ ਇਕੁਅਲਟੀ ਨੂੰ ਸ਼ੋਅ ਕਰਦੇ ਆ। ਹਰੇਕ ਪੁਆਇੰਟ ਦੇ ਉੱਤੇ ਇਨਵੈਸਟਮੈਂਟ ਅਤੇ ਸੇਵਿੰਗ ਇੱਕ ਦੂਜੇ ਦੇ ਬਰਾਬਰ ਹੋਣਗੇ, ਚਾਹੇ ਰੇਟ ਆਫ ਇੰਟਰਸਟ ਦਾ ਕੋਈ ਵੀ ਲੈਵਲ ਹੋਵੇ, ਇਨਕਮ ਦਾ ਕੋਈ ਵੀ ਲੈਵਲ ਹੋਵੇ, ਤਾਂ ਉਦੋਂ ਇਨਵੈਸਟਮੈਂਟ ਅਤੇ ਸੇਵਿੰਗ ਇੱਕ ਦੂਜੇ ਦੇ ਬਰਾਬਰ ਹੋਣਗੇ। ਇਸ ਤਰ੍ਹਾਂ ਨਾਲ IS ਕਰਵ ਤੋਂ ਆਪਾਂ ਨੂੰ ਪ੍ਰੋਡਕਟ ਮਾਰਕੀਟ ਦੇ ਇਕਲਿਬਰੀਅਮ ਦਾ ਪਤਾ ਲੱਗਦਾ। ਹੁਣ ਇਹ IS ਕਰਵ ਆਪਾਂ ਕਿਵੇਂ ਡਿਰਾਈਵ ਕੀਤਾ ਹੈ, ਇਸ ਨੂੰ ਪਤਾ ਕਰਾਂਗੇ। ਵਿਦ ਦੀ ਹੈਲਪ ਆਫ ਇਨਵੈਸਟਮੈਂਟ ਐਂਡ ਸੇਵਿੰਗ ਫੰਕਸ਼ਨ ਵੀ ਕੈਨ ਡਿਰਾਈਵ IS ਕਰਵ। ਤਾਂ ਆਪਾਂ ਨੂੰ ਪਤਾ ਹੈ ਵੀ ਸੇਵਿੰਗ ਆਪਾਂ 4 ਡਾਇਗਰਾਮ ਲਏ ਆ, A, B, C ਅਤੇ D। ਆਪਾਂ D ਦੇ ਵਿੱਚ IS ਕਰਵ ਪਤਾ ਬਣਾਵਾਂਗੇ ਜਾਂ IS ਕਰਵ ਡਿਰਾਈਵ ਕਰਾਂਗੇ। ਪਹਿਲਾਂ ਆਪਾਂ ਲਵਾਂਗੇ ਸੇਵਿੰਗ ਫੰਕਸ਼ਨ। ਸੇਵਿੰਗ ਫੰਕਸ਼ਨ ਇਸ ਤਰ੍ਹਾਂ ਦਾ ਹੁੰਦਾ ਹੈ, ਪੋਜ਼ੀਟਿਵ ਸਲੋਪ ਵਾਲਾ। ਇਹ ਸੇਵਿੰਗ ਫੰਕਸ਼ਨ ਹੈ। ਇਨਕਮ ਦੇ ਮਿਨੀਮਮ ਲੈਵਲ ਦੇ ਉੱਤੇ ਸੇਵਿੰਗ 0 ਹੁੰਦੀ ਹੈ। ਇਸ ਤੋਂ ਵੀ ਘੱਟ ਲੈਵਲ ਹੋਵੇ ਇਨਕਮ ਦਾ ਤਾਂ ਸੇਵਿੰਗ ਨੈਗੇਟਿਵ ਹੁੰਦੀ ਹੈ। ਇਹ ਆਪਾਂ ਨੂੰ ਪਤਾ ਹੀ ਹੈ। ਤਾਂ ਇਨਕਮ ਇਸ X ਐਕਸਿਸ 'ਤੇ ਇਨਕਮ ਹੈ, Y ਐਕਸਿਸ 'ਤੇ ਸੇਵਿੰਗ ਲਈ ਹੈ। ਜਦੋਂ ਇਨਕਮ ਦਾ ਲੈਵਲ Y0 ਹੈ ਤਾਂ ਉਦੋਂ ਸੇਵਿੰਗ S0 ਹੈ। ਇਹ ਆਪਾਂ ਨੂੰ ਸੇਵਿੰਗ ਫੰਕਸ਼ਨ ਤੋਂ ਪਤਾ ਲੱਗ ਰਿਹਾ। ਹੁਣ ਆਪਾਂ ਇਨਵੈਸਟਮੈਂਟ ਦਾ ਪਤਾ ਸੇਵਿੰਗ ਤੋਂ ਪਤਾ ਕਰ ਸਕਦੇ ਹਾਂ, ਕਿਉਂਕਿ ਸੇਵਿੰਗ ਅਤੇ ਇਨਵੈਸਟਮੈਂਟ ਇੱਕ ਦੂਜੇ ਦੇ ਬਰਾਬਰ ਹੁੰਦੇ ਆ। ਤਾਂ ਇਸ ਡਾਇਗਰਾਮ ਦੇ ਵਿੱਚ ਆਪਾਂ ਸੇਵਿੰਗ ਅਤੇ ਇਨਵੈਸਟਮੈਂਟ ਦੀ ਇਕੁਅਲਟੀ ਨੂੰ ਸ਼ੋਅ ਕਰਾਂਗੇ। ਤਾਂ ਇਕੁਅਲਟੀ ਨੂੰ ਸ਼ੋਅ ਕਰਨ ਦੇ ਲਈ 45 ਡਿਗਰੀ ਦਾ ਆਪਾਂ ਕਰਵ ਬਣਾਵਾਂਗੇ, ਜਿਹਦੇ 'ਤੇ ਸੇਵਿੰਗ ਅਤੇ ਇਨਵੈਸਟਮੈਂਟ ਇੱਕ ਦੂਜੇ ਦੇ ਬਰਾਬਰ ਹੋਣਗੇ। ਜੇ ਸੇਵਿੰਗ S0 ਹੈ, ਸੇਵਿੰਗ ਅਤੇ ਇਨਵੈਸਟਮੈਂਟ ਆਪਾਂ ਮੰਨਿਆ ਵੀ ਇੱਕ ਦੂਜੇ ਦੇ ਬਰਾਬਰ ਹੁੰਦੇ ਆ। ਜੇ ਸੇਵਿੰਗ S0 ਹੈ ਤਾਂ ਇਨਵੈਸਟਮੈਂਟ I0 ਹੋਊਗਾ। ਸੇਵਿੰਗ ਅਤੇ ਇਨਵੈਸਟਮੈਂਟ ਇੱਕ ਦੂਜੇ ਦੇ ਬਰਾਬਰ ਹੀ ਰਹਿਣਗੇ। ਤਾਂ ਹੁਣ ਆਪਾਂ ਇਨਵੈਸਟਮੈਂਟ ਫੰਕਸ਼ਨ ਪਤਾ ਕਰ ਸਕਦੇ ਹਾਂ। ਜੇ ਆਪਾਂ ਨੂੰ ਇਨਵੈਸਟਮੈਂਟ ਦਾ ਪਤਾ ਵੀ ਕਿੰਨਾ ਤਾਂ ਰੇਟ ਆਫ ਇੰਟਰਸਟ ਦਾ ਵੀ ਆਪਾਂ ਨੂੰ ਪਤਾ ਲੱਗ ਜੂਗਾ। ਰੇਟ ਆਫ ਇੰਟਰਸਟ ਦਾ ਅਤੇ ਇਨਵੈਸਟਮੈਂਟ ਦਾ ਇੱਕ ਦੂਜੇ ਨਾਲ ਨੈਗੇਟਿਵ ਰਿਲੇਸ਼ਨ ਹੁੰਦਾ ਹੈ। ਤਾਂ ਇਨਵੈਸਟਮੈਂਟ ਫੰਕਸ਼ਨ ਤੋਂ ਜਾਂ ਇਨਵੈਸਟਮੈਂਟ ਕਰਵ ਤੋਂ ਆਪਾਂ ਨੂੰ ਰੇਟ ਆਫ ਇੰਟਰਸਟ ਦਾ ਵੀ ਪਤਾ ਲੱਗ ਜੂਗਾ। ਜਦੋਂ ਇਨਵੈਸਟਮੈਂਟ I0 ਹੈ ਤਾਂ ਆਪਾਂ ਦੇਖਦੇ ਹਾਂ ਇੱਥੇ I0 ਜਦੋਂ ਇਨਵੈਸਟਮੈਂਟ ਹੈ ਤਾਂ ਉਦੋਂ ਰੇਟ ਆਫ ਇੰਟਰਸਟ ਕਿੰਨਾ ਹੋਊਗਾ। ਰੇਟ ਆਫ ਇੰਟਰਸਟ ਉਦੋਂ R0 ਹੋਊਗਾ। ਹੁਣ ਜਦੋਂ ਇਨਵੈਸਟਮੈਂਟ I0 ਹੈ ਤਾਂ ਰੇਟ ਆਫ ਇੰਟਰਸਟ R0 ਹੈ। ਹੁਣ ਆਪਾਂ ਇੱਧਰਲੇ ਇਸ C ਡਾਇਗਰਾਮ 'ਚੋਂ ਰੇਟ ਆਫ ਇੰਟਰਸਟ ਲਵਾਂਗੇ। ਕਿੰਨਾ ਹੈ? ਰੇਟ ਆਫ ਇੰਟਰਸਟ ਹੈ R0। ਜਦੋਂ ਰੇਟ ਆਫ ਇੰਟਰਸਟ R0 ਹੈ ਤਾਂ ਉਦੋਂ ਇਨਕਮ ਕਿੰਨੀ ਹੈ?
ਉਦੋਂ ਇਨਕਮ ਆਪਾਂ ਨੂੰ ਇੱਥੋਂ ਸੇਵਿੰਗ ਫੰਕਸ਼ਨ ਤੋਂ ਪਤਾ ਲੱਗ ਜੂਗਾ। ਉਦੋਂ ਇਨਕਮ ਹੈਗੀ ਆ Y0, ਤਾਂ ਇੱਥੋਂ ਆਪਾਂ Y0 ਇਨਕਮ ਲਵਾਂਗੇ, ਇੱਥੇ ਇਹਨੂੰ ਲੈ ਕੇ ਜਾਵਾਂਗੇ। ਜਿੱਥੇ ਇਹ ਦੋਨੇ ਇੱਕ ਦੂਜੇ ਨੂੰ ਕੱਟਦੇ ਆ ਉੱਥੇ ਆਪਾਂ ਇੱਕ ਪੁਆਇੰਟ ਲਾ ਦਾਂਗੇ A ਪੁਆਇੰਟ। A ਪੁਆਇੰਟ ਇਹਨੂੰ ਆਪਾਂ ਨਾਮ ਦੇ ਦਿਆਂਗੇ। ਇੱਧਰਲੇ ਪਾਸੇ ਆਪਾਂ ਇਨਕਮ ਲਈ ਹੈ, ਇਨਕਮ ਦਾ ਲੈਵਲ ਲਿਆ। ਇੱਧਰਲੇ ਪਾਸੇ ਹੈ ਰੇਟ ਆਫ ਇੰਟਰਸਟ। ਡੀ ਡਾਇਗਰਾਮ ਆਪਾਂ ਨੂੰ IS ਕਰਵ ਬਾਰੇ ਦੱਸ ਰਿਹਾ। ਹੁਣ ਆਪਾਂ ਅਗਲਾ ਪੁਆਇੰਟ ਇੱਕ ਹੋਰ ਲੈ ਲੈਂਦੇ ਹਾਂ। ਜਦੋਂ ਸੇਵਿੰਗ ਵੱਧ ਕੇ S1 ਹੋ ਜਾਂਦੀ ਹੈ, ਜਦੋਂ ਸੇਵਿੰਗ ਵੱਧ ਕੇ S1 ਹੋ ਗਈ ਤਾਂ ਇਹਦਾ ਮਤਲਬ ਹੈ ਜਦੋਂ ਇਨਕਮ ਵੱਧ ਕੇ Y1 ਹੁੰਦੀ ਹੈ। ਪਹਿਲਾਂ ਆਪਾਂ ਇਨਕਮ ਦੇਖਾਂਗੇ। ਜਦੋਂ ਇਨਕਮ Y1 ਹੈ ਤਾਂ ਉਦੋਂ ਸੇਵਿੰਗ ਵੱਧ ਕੇ S1 ਹੋ ਜੂਗੀ। ਇਨਕਮ ਜਦੋਂ ਹੀ ਇਨਕਰੀਜ਼ ਹੁੰਦੀ ਹੈ ਤਾਂ ਉਦੋਂ ਸੇਵਿੰਗ ਵੀ ਇਨਕਰੀਜ਼ ਹੋ ਜਾਂਦੀ ਹੈ। ਸੇਵਿੰਗ ਜੇ ਜ਼ਿਆਦਾ ਹੈਗੀ ਹੈ ਤਾਂ ਇਨਵੈਸਟਮੈਂਟ ਵੀ ਜ਼ਿਆਦਾ ਹੋ ਜੂਗਾ, ਕਿਉਂਕਿ ਇਨਵੈਸਟਮੈਂਟ ਅਤੇ ਸੇਵਿੰਗ ਇੱਕ ਦੂਜੇ ਦੇ ਬਰਾਬਰ ਹੁੰਦੇ ਆ। ਜਦੋਂ ਸੇਵਿੰਗ S1 ਹੈ ਤਾਂ ਉਦੋਂ ਇਨਵੈਸਟਮੈਂਟ I1 ਹੋ ਜੂਗਾ। ਇਨਵੈਸਟਮੈਂਟ ਵੀ ਵੱਧ ਗਿਆ। ਹੁਣ ਆਪਾਂ ਦੇਖਦੇ ਹਾਂ ਰੇਟ ਆਫ ਇੰਟਰਸਟ 'ਤੇ ਕਿਹੋ ਜਿਹਾ ਇਫੈਕਟ ਪਿਆ। ਜਦੋਂ ਇਨਵੈਸਟਮੈਂਟ I1 ਹੈ, ਇਨਵੈਸਟਮੈਂਟ ਪਹਿਲਾਂ ਨਾਲੋਂ ਜ਼ਿਆਦਾ ਹੋ ਗਿਆ। ਇਨਵੈਸਟਮੈਂਟ ਤਾਂ ਵਧਿਆ ਕਿਉਂਕਿ ਰੇਟ ਆਫ ਇੰਟਰਸਟ ਘੱਟ ਹੈ, ਇਸ ਕਰਕੇ ਹੁਣ ਰੇਟ ਆਫ ਇੰਟਰਸਟ ਘੱਟ ਕੇ ਹੋ ਗਿਆ R1। ਰੇਟ ਆਫ ਇੰਟਰਸਟ ਘੱਟ ਗਿਆ, ਇਨਵੈਸਟਮੈਂਟ ਵੱਧ ਗਿਆ, ਰੇਟ ਆਫ ਇੰਟਰਸਟ ਘੱਟ ਗਿਆ। ਤਾਂ ਹੁਣ ਆਪਾਂ ਨਵਾਂ ਪੁਆਇੰਟ ਇੱਕ ਹੋਰ ਦੇਖਦੇ ਹਾਂ IS ਕਰਵ ਦੇ ਉੱਤੇ। ਜਦੋਂ ਰੇਟ ਆਫ ਇੰਟਰਸਟ R1 ਹੈ, ਜਦੋਂ ਰੇਟ ਆਫ ਇੰਟਰਸਟ R1 ਹੈ ਤਾਂ ਉਦੋਂ ਇਨਕਮ ਕਿੰਨੀ ਹੈ ਉਦੋਂ ਆਪਾਂ ਨੂੰ ਇੱਥੋਂ ਪਤਾ ਲੱਗੂਗਾ। ਜਦੋਂ ਰੇਟ ਆਫ ਇੰਟਰਸਟ R1 ਹੈ ਤਾਂ ਉਦੋਂ ਇਨਕਮ ਹੈ, ਆਪਾਂ ਸੇਵਿੰਗ ਫੰਕਸ਼ਨ ਤੋਂ ਪਤਾ ਕਰਾਂਗੇ, ਉਦੋਂ ਇਨਕਮ Y1 ਹੈ। ਤਾਂ ਆਪਾਂ Y1 A ਡਾਇਗਰਾਮ 'ਚੋਂ ਲਵਾਂਗੇ ਅਤੇ R1 ਆਪਾਂ C 'ਚੋਂ ਲਿਆ। ਇਹਨਾਂ ਦੋਨਾਂ ਪੁਆਇੰਟ ਇੱਥੇ ਜਿੱਥੇ ਇਹ ਦੋਨੇ ਇੱਕ ਦੂਜੇ ਨੂੰ ਮਿਲਦੇ ਆ, ਇੱਧਰੋਂ Y1 ਅਤੇ ਇੱਧਰੋਂ R1, ਉੱਥੇ ਇੱਕ ਪੁਆਇੰਟ ਲਿਖਣ ਲਾਵਾਂਗੇ B ਪੁਆਇੰਟ। ਹੁਣ ਇਹਨਾਂ ਦੋਨਾਂ ਪੁਆਇੰਟਸ ਨੂੰ ਜੇ ਆਪਾਂ ਮਿਲਾ ਦਿੰਦੇ ਹਾਂ ਤਾਂ ਆਪਾਂ ਨੂੰ ਨੈਗੇਟਿਵ ਸਲੋਪ ਵਾਲਾ ਕਰਵ ਮਿਲ ਰਿਹਾ, ਜਿਹੜਾ IS ਕਰਵ ਹੈ। ਅਤੇ ਇਸ ਤਰ੍ਹਾਂ ਨਾਲ ਆਪਾਂ IS ਕਰਵ ਨੂੰ ਡਿਰਾਈਵ ਕਰ ਸਕਦੇ ਹਾਂ। IS ਕਰਵ ਪ੍ਰੋਡਕਟ ਮਾਰਕੀਟ ਦੇ ਇਕੁਇਲਿਬਰੀਅਮ ਨੂੰ ਸ਼ੋਅ ਕਰਦਾ ਹੈ। Y0 ਇਨਕਮ ਹੈ ਇੱਥੇ ਲੈਵਲ, ਇੱਥੇ Y1 ਹੈ। ਤਾਂ ਇਸ ਤਰ੍ਹਾਂ ਨਾਲ ਆਪਾਂ ਨੂੰ ਪਤਾ ਲੱਗ ਗਿਆ ਕਿ ਇਨਵੈਸਟਮੈਂਟ ਸੇਵਿੰਗ ਕਰਵ ਜਾਂ IS ਕਰਵ ਨੂੰ ਆਪਾਂ ਕਿਵੇਂ ਡਿਰਾਈਵ ਕਰਨਾ। ਇਸ ਨੂੰ ਆਪਾਂ ਕਿਵੇਂ ਡਿਰਾਈਵ ਕੀਤਾ, ਇਨਵੈਸਟਮੈਂਟ ਫੰਕਸ਼ਨ ਅਤੇ ਸੇਵਿੰਗ ਫੰਕਸ਼ਨ ਦੀ ਸਹਾਇਤਾ ਨਾਲ, ਇਨਵੈਸਟਮੈਂਟ ਫੰਕਸ਼ਨ ਜਾਂ ਸੇਵਿੰਗ ਫੰਕਸ਼ਨ ਦੀ ਹੈਲਪ ਨਾਲ। ਥੈਂਕ ਯੂ ਸਟੂਡੈਂਟਸ।